ਅੱਜ ਦੇ ਸਮੇਂ ਦੇ ਵਿੱਚ ਵੇਖੋ 25-26 ਤਰੀਕ ਤੋਂ ਵੈਸੇ ਤਾਂ 2-2.5 ਮਹੀਨਿਆਂ ਤੋਂ ਜਿਹੜੇ ਆਰਡੀਨੈਂਸ ਪਾਸ ਹੋਏ, ਬਿੱਲ ਪਾਸ ਹੋਏ, ਜ਼ਿਮੀਂਦਾਰ ਵਿਰੋਧ ਕਰ ਰਹੇ ਹੈ, ਮਜ਼ਦੂਰ ਵਿਰੋਧ ਕਰ ਰਹੇ ਹੈ, ਕਿਸਾਨ ਵਿਰੋਧ ਕਰ ਰਹੇ ਨੇ ਉਹਨਾਂ ਦਾ। ਪਰ ਜਦੋਂ ਦਿੱਲੀ ਜਾ ਰਹੇ ਸੀ, ਰਾਜਧਾਨੀ ਹੈ ਦੇਸ਼ ਦੀ, ਉਹ ਜਾ ਰਹੇ ਦਿੱਲੀ ਤੇ ਹਰਿਆਣਾ ਸਰਕਾਰ ਨੂੰ ਐਵੇਂ ਸਮੱਸਿਆ ਹੋ ਗਈ, ਵੱਡੇ ਵੱਡੇ ਰਾਹ ਦੇ ਵਿੱਚ ਬੈਰੀਕੇਡ ਲਾ ਕੇ ਠੰਡ ਵਿੱਚ ਪਾਣੀ ਦੀਆਂ ਵਿਛਾੜਾਂ ਮਾਰੀਆਂ। ਇਸੇ ਤਰ੍ਹਾਂ ਨੈਸ਼ਨਲ ਹਾਈਵੇ ਨੂੰ ਪੁੱਟਿਆ ਗਿਆ ਥਾਂ ਥਾਂ ਤੋਂ। ਪਰ ਫਿਰ ਵੀ ਕਿਸਾਨ ਮਜ਼ਦੂਰ ਬਾਬੇ ਨਾਨਕ ਦਾ ਸਿਧਾਂਤ, ਕਿਰਤ ਕਰੋ ਦਾ ਸਿਧਾਂਤ ਲੈ ਕੇ, ਦੂਜਾ ਕਿ ਜ਼ਬਰਦਸਤੀ ਕਿਸੇ ਦੀ ਝੱਲਣੀ ਨਹੀਂ, ਕੋਈ ਜਨੇਊ ਧੱਕੇ ਨਾਲ ਪਾਵੇ ਮੈਂ ਪਾਉਣ ਨਹੀਂ ਦੇਣਾ, ਕੋਈ ਧੱਕੇ ਨਾਲ ਲਾਵੇ ਮੈਂ ਲਾਉਣ ਨਹੀਂ ਦੇਣਾ। ਇੰਨੀਆਂ ਔਕੜਾਂ, ਬਿਪਤਾ ਅਤੇ ਦੁੱਖ ਝੱਲ ਕੇ ਵੀ ਦਿੱਲੀ ਦੇ ਬਾਰਡਰਾਂ 'ਤੇ ਬਹਿ ਗਏ ਜਾ ਕੇ। ਜਿਹੜੇ ਲੋਕ ਉਹਨਾਂ ਨੂੰ ਰੋਕਣ ਵਾਲੇ ਸੀ, ਪੁਲਿਸ ਪੈਰਾਮਿਲਟਰੀ ਰੋਕਣ ਵਾਲੀ ਸੀ, ਉਹਨਾਂ ਵਾਸਤੇ ਵੀ ਲੰਗਰ ਲਾਏ, ਉਹਨਾਂ ਨੂੰ ਵੀ ਜਲ ਛਕਾਇਆ, ਉਹਨਾਂ ਨੂੰ ਵੀ ਪੰਗਤਾਂ 'ਚ ਬਿਠਾ ਕੇ ਲੰਗਰ ਛਕਾਇਆ। ਜਿਸ ਤਰ੍ਹਾਂ ਭਾਈ ਕਨ੍ਹਈਆ ਜੀ ਮੁਗਲਾਂ ਤੇ ਪਹਾੜੀ ਜ਼ਖਮੀ ਸਿਪਾਹੀਆਂ ਨੂੰ ਜਲ ਛਕਾਈ ਜਾਂਦੇ ਸੀ, ਆਪਾਂ ਸੋਸ਼ਲ ਮੀਡੀਆ 'ਤੇ ਵੇਖਦੇ ਹਾਂ। ਹਾਲਾਂਕਿ ਕਿਸਾਨ ਮਜ਼ਦੂਰ ਸਰਕਾਰ ਨਾਲ ਰਹਿਣਾ ਚਾਹੁੰਦੇ, ਸਰਕਾਰ ਨਾਲ ਬਈ ਸਾਨੂੰ ਜਿਹੜਾ ਭਾਅ ਸਰਕਾਰ ਦਿੰਦੀ ਹੈ ਅਸੀਂ ਖੁਸ਼ ਹਾਂ, ਭਾਵੇਂ ਬਹੁਤੀ ਖੁਸ਼ੀ ਨਹੀਂ, ਪਰ ਜੋ ਭਾਅ ਦਿੰਦੇ ਹੈ, ਇੱਕ ਭਾਅ 'ਤੇ ਸਾਡੀ ਫਸਲ ਤਾਂ ਵਿਕ ਜਾਂਦੀ ਹੈ, ਭਾਵੇਂ 20 ਦਿਨ ਮੰਡੀ ਵਿੱਚ ਬਹਿ ਕੇ ਹੀ ਵਿਕਦੀ। ਪਰ ਸਰਕਾਰ ਕਹਿੰਦੀ ਹੈ ਮੈਂ ਤੈਨੂੰ ਆਪਣੇ ਨਾਲੋਂ ਲਾ ਕੇ ਸੁੱਟ ਦੇਣਾ, ਤੋੜ ਕੇ ਸੁੱਟ ਦੇਣਾ, ਵਪਾਰੀਆਂ ਦੇ ਹਵਾਲੇ ਕਰ ਦੇਣਾ। ਆ ਯੂਪੀ ਦੇ ਵਿੱਚ ਉੱਥੇ ਕੁਆਂਟਲ ਜਿਹੜੀ ਹੈ 1100 ਨੂੰ ਭਾਅ ਦੇ ਵਿੱਚ ਕੁਆਂਟਲ ਜੀਰੀ ਚੁੱਕ ਕੇ, ਇਸ ਭਾਅ ਦੇ ਨਾਲ ਪੰਜਾਬ ਦੇ ਵਿੱਚ ਜਿਹੜਾ ਰੇਟ ਚੱਲਦਾ 1850 ਜਾਂ 1850 ਤੋਂ ਉੱਪਰ, ਉਹਦੇ ਹਿਸਾਬ ਨਾਲ ਪੰਜਾਬ ਦੇ ਮੌਜੂਦਾ MLA ਅਤੇ ਮੌਜੂਦਾ ਮੰਤਰੀਆਂ ਨੇ ਟਰੱਕਾਂ ਦੇ ਟਰੱਕ ਭਰ ਕੇ ਵੇਚੇ ਇੱਥੇ ਮੰਡੀਆਂ ਵਿੱਚ। ਉੱਤੋਂ ਹੀ ਮਗਰਮੱਛ ਦੇ ਹੰਝੂ ਵਹਾਉਣ ਵਾਲੇ ਨੇ ਵੀ ਕਿਸਾਨਾਂ ਦੇ ਦੁੱਖ ਦੇ ਵਿੱਚ ਸਾਨੂੰ ਬੜਾ ਦੁੱਖ ਹੈ। ਟਰੱਕਾਂ ਦੇ ਟਰੱਕ ਭਰ ਕੇ ਉੱਥੇ ਸਸਤੇ ਮੁੱਲ 1100 ਨੂੰ ਕੁਆਂਟਲ ਲੈ ਕੇ ਤੇ ਇੱਥੇ ਜਿਹੜਾ ਭਾਅ ਚੱਲਦਾ ਉਸ ਭਾਅ ਦੇ ਨਾਲ ਆ ਕੇ ਵੇਚਿਆ। ਕਿਸਾਨ ਮਜ਼ਦੂਰ ਕਹਿੰਦਾ ਮੈਂ ਤੁਹਾਡੇ ਨਾਲ ਰਹਿਣਾ ਹੈ, ਸਰਕਾਰ ਦੇ ਨਾਲ ਰਹਿਣਾ, ਸਰਕਾਰ ਦੇ ਨਾਲ ਰਹਿਣਾ। ਸੰਤ ਭਿੰਡਰਾਂ ਵਾਲੇ ਵੀ ਆਖਦੇ ਹੁੰਦੇ ਸੀ ਅਸੀਂ ਸਰਕਾਰ ਦੇ ਨਾਲ ਰਹਿਣਾ ਚਾਹੁੰਦੇ, ਭਾਰਤ ਦੇ ਨਾਲ ਰਹਿਣਾ ਚਾਹੁੰਦੇ ਹਾਂ, ਇੱਕ ਨੰਬਰ ਦੇ ਸ਼ਹਿਰੀ ਬਣ ਕੇ, ਦੂਜੇ ਨੰਬਰ ਦੇ ਸ਼ਹਿਰੀ ਬਣ ਕੇ ਨਹੀਂ, ਬਰਾਬਰ ਦੇ ਸ਼ਹਿਰੀ ਬਣ ਕੇ। ਜਰਾਇਮ ਪੇਸ਼ਾ ਨਾ ਆਖਿਆ ਜਾਵੇ, ਅਸੀਂ ਭਾਰਤ ਨਾਲ ਰਹਿਣਾ ਚਾਹੁੰਦੇ ਹਾਂ। ਅੱਜ ਦਾ ਕਿਸਾਨ ਕਹਿੰਦਾ ਅਸੀਂ ਸਰਕਾਰ ਨਾਲ ਰਹਿਣਾ ਚਾਹੁੰਦੇ ਹਾਂ। ਪਰ ਅੱਜ ਦੇ ਸਮੇਂ 'ਚ ਜਿਹੜੇ ਬਹੁਤੇ ਨਿਊਜ਼ ਚੈਨਲ ਨੇ ਨਾ, ਇੱਕ ਦੋ ਨੂੰ ਛੱਡ ਕੇ, ਉਹ ਕਹਿ ਰਹੇ ਨੇ ਕਿਸਾਨ ਨਹੀਂ ਆਏ, ਕਿਸਾਨ ਨਹੀਂ ਆਏ, ਇਹ ਤਾਂ ਖਾਲਿਸਤਾਨੀ ਆਏ ਹੈ, ਇਹ ਪਾਕਿਸਤਾਨ ਦੇ ਸਮਰਥਕ ਆ ਗਏ ਹੈ, ਇਹ ਅੱਤਵਾਦੀ ਆ ਗਏ ਹੈ। ਹੁਣ ਕਿਸਾਨ ਜਾਗਿਆ ਜਿਹੜਾ, ਉਹ ਇਕੱਲਾ ਪੰਜਾਬ ਦਾ ਨਹੀਂ, ਪੰਜਾਬ ਦੇ ਕਿਸਾਨਾਂ ਦੇ ਉੱਤੇ ਜ਼ੁਲਮ ਹੁੰਦਾ ਵੇਖ ਕੇ ਹਰਿਆਣੇ ਦਾ ਕਿਸਾਨ ਨਾਲ, ਯੂਪੀ ਦੇ ਵਿੱਚੋਂ ਗਾਜੀਪੁਰ ਬਾਰਡਰ ਘੇਰਿਆ ਹੋਇਆ ਹੈ, ਉਹ ਯੂਪੀ ਦੇ ਕਿਸਾਨ ਪਹੁੰਚ ਗਏ ਕਿ ਉਹ ਵੀ ਅੱਤਵਾਦੀ ਹਨ। ਰਾਜਸਥਾਨ ਦੇ ਕਿਸਾਨ ਵੀ ਅੱਪੜ ਗਏ, ਹੋਰ ਸਟੇਟਾਂ ਦੇ ਵਿੱਚ ਵੀ ਜਾਗ ਰਹੇ ਹੈ ਕਿਸਾਨ। ਪਰ ਇਹ ਜਿਹੜਾ ਵਿਕਾਊ ਮੀਡੀਆ ਹੁੰਦਾ ਹੈ, ਰਾਜਨੀਤਿਕ ਲੋਕ ਹੁੰਦੇ ਹੈ, ਇਹ ਕੋਈ ਹੋਰ ਹੀ ਰੰਗਤ ਦੇ ਦਿੰਦੇ ਆ, ਹੋਰ ਹੀ ਵੀ ਇਹ ਤਾਂ ਖਾਲਿਸਤਾਨੀ ਆਏ, ਇਹ ਤਾਂ ਅੱਤਵਾਦੀ ਨੇ, ਇਹ ਤਾਂ ਵੱਖਵਾਦੀ ਨੇ, ਕਿਸੇ ਦੇ ਹੱਥ ਕਿਰਪਾਨ ਵੇਖ ਲਈ। ਹੁਣ ਸਾਡੇ ਬਹੁਤਿਆਂ ਨੂੰ ਦੱਸਣਾ ਨਹੀਂ ਆਉਂਦਾ ਕਿਰਪਾਨ ਕਿਉਂ ਫੜੀ ਹੈ। ਕਿਰਪਾਨ ਤਾਂ ਸਿੱਖੀ ਦਾ ਭਾਈ ਚਿੰਨ੍ਹ ਹੈ, ਪੰਜਾਬੀਆਂ ਦਾ ਚਿੰਨ੍ਹ ਹੈ। ਹੁਣ ਜਦੋਂ ਵਿਆਹਣ ਜਾਂਦੇ ਹਾਂ ਉਦੋਂ ਕਿਹੜਾ ਅਸੀਂ ਦੁਲਹਨ ਨੂੰ ਵੱਢਣ ਜਾਂਦੇ ਹਾਂ ਜਾਂ ਸਹੁਰੇ ਨੂੰ ਵੱਢਣ ਜਾਂਦੇ ਹੁੰਦੇ ਹਾਂ।
ਜਦੋਂ ਕਿਰਪਾਨ ਲੈ ਕੇ ਜਾਈਦਾ ਆਪਣੀ ਵਹੁਟੀ ਨੂੰ ਵੱਢਣ ਥੋੜ੍ਹਾ ਜਾਂਦੇ। ਚੜ੍ਹਦੀ ਕਲਾ ਦਾ ਚੇਨਾ ਕਿਰਪਾਨ ਜਿਹੜੀ ਹੈ ਗੁਰੂ ਸਾਹਿਬਾਂ ਨੇ ਬਖਸ਼ੀ। ਛੇਵੇਂ ਪਾਤਸ਼ਾਹ ਮਹਾਰਾਜ ਕਹਿੰਦੇ ਸਿੱਖ ਦੇ ਘਰ ਦੇ ਵਿੱਚ ਭੁੱਖੇ ਵਾਸਤੇ ਦੇਗ ਤਿਆਰ ਹੋਣੀ ਚਾਹੀਦੀ, ਲੰਗਰ ਤਿਆਰ ਰਹਿਣਾ ਚਾਹੀਦਾ ਹੈ, ਅਤੇ ਸਿਰ ਫਿਰੇ ਬਾਗੀ ਵਾਸਤੇ ਤੇਗ ਤਿਆਰ ਰਹਿਣੀ ਚਾਹੀਦੀ। ਕਿਰਪਾਨਾਂ ਵੇਖ ਕੇ ਕਹਿ ਦਿੱਤਾ, ਝੰਡਿਆਂ ਦੇ ਵਿੱਚ ਡੰਡੇ ਨੇ, ਉਹ ਡੰਡੇ ਵੇਖ ਕੇ ਕਹੀ ਜਾ ਰਹੇ ਆ ਡੰਡੇ ਲੈ ਕੇ ਆਏ ਹੈ, ਇਹ ਕਿਰਪਾਨਾਂ ਲੈ ਕੇ ਆਏ ਹੈ। ਅਤੇ ਇੱਥੋਂ 200-250 ਮੀਲ ਦਾ ਸਫ਼ਰ ਤੈਅ ਕਰਕੇ ਤੁਰ ਗਏ। ਪਰ ਉਹਨਾਂ ਨੂੰ ਪੁੱਛੇ ਵੀ ਕਿਸਾਨਾਂ ਨੇ ਕਿੰਨੇ ਪੁਲਿਸ ਵਾਲੇ ਵੱਢੇ ਹੁਣ ਤੱਕ? ਕਿਸੇ ਦੇ ਕਿਰਪਾਨ ਮਾਰੀ, ਕਿਸੇ ਦੇ ਡੰਡਾ ਮਾਰਿਆ। ਪਰ ਕਿਸ ਤਰੀਕੇ ਨਾਲ ਪ੍ਰੋਪੋਗੰਡਾ ਕੀਤਾ ਜਾ ਰਿਹਾ ਹੈ ਮੀਡੀਆ ਦੇ ਵੱਲੋਂ। ਪਰ ਇਹ ਧੱਕੇ ਦੇ ਨਾਲ ਜ਼ਿਆਦਤੀ ਹੈ। ਜਦੋਂ ਕਿਸਾਨ ਨੂੰ ਲੋੜ ਹੀ ਨਹੀਂ, ਕਿਸਾਨ ਨੇ ਆਖਿਆ ਹੀ ਨਹੀਂ ਵੀ ਮੈਨੂੰ ਖੁੱਲ੍ਹੀਆਂ ਮੰਡੀਆਂ, ਕਹਿੰਦੇ ਜਿੱਥੇ ਮਰਜ਼ੀ ਫਸਲ ਵੇਚੋ। ਹੁਣ 2 ਟਰਾਲੀਆਂ ਲੈ ਕੇ ਵੇਚਣ ਵਾਸਤੇ ਹੁਣ ਕਿਸਾਨ ਦਿੱਲੀ ਜਾਊ, 2 ਟਰਾਲੀਆਂ ਵੇਚਣ ਵਾਸਤੇ ਬੰਬੇ ਜਾਊ। ਫਸਲ ਵੇਚਣੀ ਆ ਕਿਹੜਾ ਸੋਨਾ ਵੇਚਣਾ ਵੀ ਜੇਬ 'ਚ ਪਾ ਕੇ ਲੈ ਜਾਊਗਾ। 4-4 ਟਰਾਲੀਆਂ 5-5 ਟਰਾਲੀਆਂ ਲੈ ਕੇ ਜਾਣੀਆਂ ਨੇ, ਜਿੱਥੇ ਮਰਜ਼ੀ ਵੇਚੋ। ਕਿੱਥੇ ਲੈ ਕੇ ਜਾਵੇਗਾ ਫਸਲ ਨੂੰ ਜਦੋਂ ਭਾਅ ਹੀ ਨਾ ਪੂਰਾ ਮਿਲਿਆ, ਰੇਟ ਹੀ ਨਾ ਦਿੱਤੇ। ਵਪਾਰੀਆਂ ਨੇ ਸਟੋਰ ਕਰਕੇ ਰੱਖ ਲਈ ਫਸਲ, ਤੇ ਦੂਜੀ ਵਾਰ ਕਹਿਣਾ ਸਾਨੂੰ ਫਸਲ ਦੀ ਲੋੜ ਨਹੀਂ, ਸਾਡੇ ਤਾਂ ਗੋਦਾਮ ਭਰੇ ਹੋਏ ਨੇ। ਲੋੜ ਹੀ ਕੋਈ ਨਹੀਂ, ਰੱਖ ਲਓ ਫਸਲ, ਅਸੀਂ ਨਹੀਂ ਖਰੀਦਣੀ, ਸਾਡੇ ਗੋਦਾਮ ਭਰੇ। ਫਿਰ ਕਿੱਥੇ ਜਾਵੇਗਾ ਕਿਸਾਨ? ਕਿਸਾਨਾਂ ਦੀਆਂ ਮੰਗਾਂ ਜਾਇਜ਼ ਹਨ, ਸਰਕਾਰ ਨੂੰ ਮੰਨਣੀਆਂ ਚਾਹੀਦੀਆਂ ਨੇ। ਕਹਿਣਗੇ ਅੱਗੇ ਕਰੋਨਾ ਫੈਲਿਆ, ਅੱਗੇ ਨਾ ਜਾਓ। ਫਿਰ ਕਰੋਨੇ ਦੇ ਸਮੇਂ ਦੇ ਵਿੱਚ ਬਿੱਲ ਲੈ ਕੇ ਕਿਉਂ ਆਏ? ਬਈ ਪਹਿਲੀ ਗੱਲ ਡਰਦਿਆਂ ਉੱਠਣਾ ਨਹੀਂ, ਜੇ ਉੱਠ ਪਏ ਤਾਂ ਕਰੋਨੇ ਦੇ ਨਾਲ ਮਾਰੇ ਜਾਣਗੇ। ਹੁਣ ਬਿਹਾਰ ਵਿੱਚ ਵੋਟਾਂ ਪਈਆਂ ਨੇ, ਕਿੱਡੀਆਂ ਰੈਲੀਆਂ, ਉੱਥੇ ਕੋਈ ਕਰੋਨਾ ਨਹੀਂ। ਹੈਦਰਾਬਾਦ ਦੇ ਵਿੱਚ ਨਗਰ ਨਿਗਮ ਦੇ ਚੁਣਾਵ ਹੋਣੇ ਹੈ, ਉੱਥੇ ਪਹੁੰਚੇ ਹੋਏ ਨੇ ਵੱਡੇ ਵੱਡੇ ਲੀਡਰ, ਰੈਲੀਆਂ ਕਰਦੇ, ਉੱਥੇ ਕੋਈ ਕਰੋਨਾ ਨਹੀਂ। ਅਤੇ ਜਦੋਂ ਕੋਈ ਆਪਣੇ ਹੱਕ ਦੀ ਗੱਲ ਕਰਦਾ ਹੈ ਉਦੋਂ ਕਰੋਨਾ ਹੈ। ਕਹਿੰਦੇ ਤੁਹਾਡੀਆਂ ਮੰਡੀਆਂ ਖਤਮ ਨਹੀਂ ਹੋਈਆਂ, MSP ਰੇਟ ਖਤਮ ਨਹੀਂ ਹੋਇਆ, ਮਿਨੀਮਮ ਸਪੋਰਟ ਪ੍ਰਾਈਸ ਖਤਮ ਨਹੀਂ ਹੋਇਆ। ਜੇ ਨਹੀਂ ਖਤਮ ਹੋਇਆ ਕਿ ਵੀ ਬਿੱਲ ਪਾ ਦਿਓ ਵੀ ਤੁਹਾਡੀਆਂ ਮੰਡੀਆਂ ਨਹੀਂ ਖਤਮ ਹੋਈਆਂ, MSP ਰੇਟ ਨਹੀਂ ਖਤਮ ਹੋਇਆ। ਜਿਹੜੇ ਬਿੱਲ ਨੇ ਉਹਦੇ ਵਿੱਚ ਅਨੁਛੇਦ ਕਰ ਦਿਓ, 2 ਲਾਈਨਾਂ ਹੋਰ ਲਿਖ ਦਿਓ, ਅਤੇ ਜੱਟ ਜਕਾਰੇ ਛੱਡਦੇ ਖੁਸ਼ੀ ਖੁਸ਼ੀ ਘਰਾਂ ਨੂੰ ਆ ਜਾਣਗੇ। ਮਾਮਲਾ ਹੀ ਨਿਬੜ ਗਿਆ ਸਾਰਾ। ਅਖਬਾਰਾਂ 'ਚ ਕਹਿ ਰਹੇ ਨੇ ਮੰਡੀਆਂ ਖਤਮ ਨਹੀਂ ਹੋਈਆਂ, 2 ਸਾਲਾਂ ਤੱਕ ਚੱਲਦੀਆਂ ਰਹਿਣਗੀਆਂ, ਤੀਜੇ ਸਾਲ ਖਤਮ। ਲਿਖ ਕੇ ਦੇ ਦਿਓ ਨਾ, ਇਹਦਾ ਵੀ ਕਾਨੂੰਨ ਪਾਸ ਕਰ ਦਿਓ, ਮੁੜ ਆਉਣਗੇ। ਸੋ ਕਹਿਣ ਤੋਂ ਭਾਵ ਹੈ ਅਸੀਂ ਵੀ ਕਿਸਾਨਾਂ ਦੇ ਨਾਲ ਖਲੋਤੇ ਹਾਂ, ਕਿਸਾਨਾਂ ਦੇ ਪੁੱਤਰ ਹਾਂ। ਸਾਡੇ ਬਜ਼ੁਰਗਾਂ ਨੇ ਤਾਂ ਦੂਰੀ ਮਾਰ ਝੱਲੀ। ਪਹਿਲਾਂ 1947 ਦੇ ਵੇਲੇ ਪਾਕਿਸਤਾਨ ਦੇ ਵਿੱਚ ਆਪਣੀਆਂ ਜ਼ਮੀਨਾਂ ਛੱਡ ਕੇ ਆਏ। ਇੱਥੇ ਚੌਥਾ ਹਿੱਸਾ ਰੁਪਈਏ ਤੋਂ ਚਵਾਨੀ ਦੇ ਹਿਸਾਬ ਦੇ ਨਾਲ, ਜੇ ਉੱਥੇ 12 ਕਿੱਲੇ ਅਤੇ ਇੱਥੇ 4 ਕਿੱਲੇ ਹੀ ਮਿਲੇ ਕੇਵਲ। ਬਾਕੀ ਆਪਣੀ ਮਿਹਨਤ ਮਜ਼ਦੂਰੀ ਕਰਕੇ ਅੱਗੇ ਜ਼ਮੀਨਾਂ ਬਣਾਈਆਂ। ਸਾਡਾ ਵੱਡਾ ਤਾਇਆ ਉਹ ਕਹਿੰਦਾ ਹੁੰਦਾ, ਜਦੋਂ ਕੋਈ ਜ਼ਮੀਨ ਖਰੀਦਣ ਦੀ ਗੱਲ ਕਰਦੇ, ਉਹ ਕਹਿੰਦਾ ਗੱਡਾ ਖਰੀਦ ਲਓ, ਬਲਦ ਖਰੀਦ ਲਓ, ਢੱਗੇ ਖਰੀਦ ਲਓ, ਟਰੈਕਟਰ ਖਰੀਦ ਲਓ। 80 ਦੇ ਵਿੱਚ 1980-81 ਦੇ ਵਿੱਚ ਹੀ ਟਰੈਕਟਰ ਲਿਆ ਦਿੱਤਾ ਵੀ ਟਰੈਕਟਰ ਖਰੀਦ ਲਓ। ਪਹਿਲਾਂ ਉੱਜੜ ਕੇ ਆਏ ਹਾਂ, ਜ਼ਮੀਨਾਂ ਉੱਥੇ ਹੀ ਰਹਿ ਗਈਆਂ। ਹੁਣ ਵਾਲੇ ਸਮੇਂ ਵਿੱਚ ਫਿਰ ਉੱਜੜ ਕੇ ਜਾਣਾ ਪਿਆ, ਜ਼ਮੀਨਾਂ ਫਿਰ ਇੱਥੇ ਹੀ ਰਹਿ ਜਾਣਗੀਆਂ। ਬਲਦਾਂ ਟਰੈਕਟਰਾਂ ਨੂੰ ਨਾਲ ਤਾਂ ਲੈ ਜਾਵਾਂਗੇ, ਐਸਾ ਡਰ ਉਹਦੇ ਮਨ ਵਿੱਚ ਬੈਠਾ। ਬਹੁਤੀ ਜ਼ਮੀਨ ਲੈਣ ਹੀ ਨਹੀਂ ਦਿੱਤੀ। ਪੈਸਾ ਇਕੱਠਾ ਹੋਣਾ, ਮੱਝਾਂ ਖਰੀਦ ਲਓ, ਟਰੈਕਟਰ ਖਰੀਦ ਲਓ, ਬਲਦ ਖਰੀਦ ਲਓ, ਗੱਡੇ ਖਰੀਦ ਲਓ। ਪਹਿਲਾਂ ਛੱਡ ਕੇ ਆਏ ਆ ਸਾਰਾ ਕੁਝ, ਫਿਰ ਛੱਡ ਕੇ ਜਾਣਾ ਪਵੇ। ਸੋ ਮਜ਼ਦੂਰਾਂ ਨੇ, ਕਿਸਾਨਾਂ ਨੇ, ਮਜ਼ਦੂਰਾਂ ਨੇ, ਸਾਰਿਆਂ ਨੇ ਮਿਹਨਤ ਕਰਕੇ ਸਾਰਾ ਕੁਝ ਬਣਾਇਆ। ਧਰਤੀ ਉਪਜਾਊ ਬਣਾਈ ਹੈ।
ਸਾਡੇ ਸਾਹਮਣੇ ਵੇਖਦਿਆਂ ਵੇਖਦਿਆਂ ਕਿੰਨੇ ਇਲਾਕਿਆਂ ਦੇ ਵਿੱਚ ਉੱਚੇ ਉੱਚੇ ਟਿੱਬੇ, ਜਿੱਥੇ ਕੁਛ ਹੁੰਦਾ ਨਹੀਂ ਸੀ। ਫਸਲ ਤਾਂ ਛੱਡੋ, ਜਿੱਥੇ ਘਾਹ ਵੀ ਨਹੀਂ ਸੀ ਹੁੰਦਾ, ਘਾਹ ਨਹੀਂ ਸੀ ਹੁੰਦਾ, ਮਾੜਾ ਟਰੈਕਟਰ ਲੰਘ ਨਹੀਂ ਸੀ ਸਕਦਾ। ਉਹਨਾਂ ਜ਼ਮੀਨਾਂ ਨੂੰ ਉਪਜਾਊ ਬਣਾਇਆ। ਜਦ ਉਪਜਾਊ ਬਣ ਗਈਆਂ, ਜਦੋਂ ਉਹਨਾਂ ਵਿੱਚੋਂ ਫਸਲਾਂ ਆਉਣ ਲੱਗੀਆਂ ਨੇ, ਅੱਜ ਉਹਦੇ ਹੱਕ ਜਿਹੜੇ ਨੇ ਉਹ ਸਰਕਾਰਾਂ ਦੇ ਵੱਲੋਂ ਖੋਹ ਕੇ ਵੱਡੇ ਵੱਡੇ ਜੋ ਵਪਾਰੀ ਨੇ, ਇੰਡਸਟਰੀ ਵਾਲੇ ਨੇ, ਕਾਰਪੋਰੇਟ ਦੇ ਮਾਲਕ ਲੋਕ ਨੇ, ਉਹਨਾਂ ਨੂੰ ਦਿੱਤੇ ਜਾ ਰਹੇ। ਅਤੇ ਜਦੋਂ ਕੋਈ ਹੱਕਾਂ ਦੀ ਗੱਲ ਕਰਦਾ ਹੈ, ਹੱਕ ਦੀ ਗੱਲ ਕਰਦਾ, ਉਦੋਂ ਹੀ ਉਹਨੂੰ ਅੱਤਵਾਦੀ ਅਤੇ ਵੱਖਵਾਦੀ ਦਾ ਖਿਤਾਬ ਦਿੱਤਾ ਜਾਂਦਾ। ਬਾਬਾ ਬੰਦਾ ਸਿੰਘ ਬਹਾਦਰ ਨੇ ਆ ਕੇ ਆਖਿਆ ਸੀ, ਭਾਈ ਖੇਤੀਆਂ ਤੁਹਾਡੀਆਂ, ਜਿਹੜਾ ਤੁਸੀਂ ਵਾਹ ਰਹੇ ਹੋ ਨਾ, ਇਹ ਤੁਹਾਡਾ, ਇਹ ਜ਼ਮੀਨ ਤੁਹਾਡੀ ਜਿਹੜੀ ਵਾਹ ਰਹੇ ਹੋ। ਮਾਲਕ ਬਣਾਇਆ ਕਿ ਜ਼ਮੀਨਾਂ ਦੇ ਮਾਲਕ। ਖਾਲਸੇ ਦਾ ਫਾਰਸੀ ਦੇ ਵਿੱਚ ਅਰਥ ਪਤਾ ਕੀ ਬਣਦਾ? ਉੱਦਾਂ ਤਾਂ ਆਪਾਂ ਖਾਲਸ ਅਰਥ ਕਰਦੇ ਹਾਂ, ਪਰ ਫਾਰਸੀ ਭਾਸ਼ਾ ਦੇ ਵਿੱਚ ਅਰਥ ਕਰੀਏ ਤੇ ਖਾਲਸੇ ਦਾ ਅਰਥ ਬਣਦਾ ਉਹ ਜ਼ਮੀਨ ਜਿਹਦੇ ਉੱਤੇ ਸਿੱਧਾ ਰਾਜੇ ਦਾ ਹੱਕ ਹੋਵੇ, ਰਾਜੇ ਦਾ ਉਹ ਜ਼ਮੀਨ ਖਾਲਸਾ, ਜਿਹਦੇ ਉੱਤੇ ਸਿੱਧਾ ਵਾਹਿਗੁਰੂ ਦਾ ਹੱਕ ਹੋਵੇ, ਅਕਾਲ ਪੁਰਖ ਦਾ ਹੱਕ ਹੋਵੇ, ਉਹ ਇਨਸਾਨ ਖਾਲਸਾ। ਉਹ ਖਾਲਸਾ ਜਿਹਦੇ ਉੱਤੇ ਵਾਹਿਗੁਰੂ ਦਾ ਹੱਕ ਹੋਵੇ। ਸੋ ਅਸੀਂ ਮੁੱਕਦੀ ਗੱਲ ਕਿ ਕਿਸਾਨਾਂ ਮਜ਼ਦੂਰਾਂ ਦੇ ਨਾਲ ਖਲੋਤੇ ਹਾਂ। ਸਾਡੇ ਸਿੰਘ ਵੀ ਧਰਨਿਆਂ ਦੇ ਵਿੱਚ ਸ਼ਾਮਲ ਹੁੰਦੇ ਰਹੇ।